दिल विच किसे होर दी थां नहीं बची, तेनू अपना जो कह बैठे तां नहीं बची। तेरे हत्थ च डोर है मेरे सावां दी, तेरी तोपिश लोड़ नहीं मैनू छावां दी। सरगी दा तारा है नी अज मैनू मिल के गया, कहंदा मिलना दोबारा है, कहंदा मिलना दोबारा है। नजरां दे वार केरा करो सोहणियो, पैर साडे पैरां विच धरो सोहणियो। सौ लगे रब दी कोई नहीं रोकदा, जिद्दां थोड़ा दिल उदां करो सोहणियो। जे थोड़े नाल करोड़ां दा सी दिल पहलां सिफरां ते, बिस्मिल्ला इश्क साडा हुण चढ़ूगा सिखरां ते। मेरे नाल नाल रह तू मिट्टी पा दे जिगरां ते, बिस्मिल्ला इश्क साडा हुण चढ़ूगा सिखरां ते। मेरे नाल नाल रह तू मिट्टी पा दे जिगरां ते, बिस्मिल्ला 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 ब्लैक रंग गोरा सुखना, जचदा है गुस्सा थोड़ा थोड़ा सुखना। गड्डिया ब्लैक रंग गोरा सुखना, जचदा है गुस्सा थोड़ा थोड़ा सुखना। संग जान तो हॉलीवुड वालियां, मारदे हो लक नूं मरोड़ा सुखना। सुनिया गौर बड़ा कर दे तुसी साडे जिकरां ते, बिस्मिल्ला इश्क साडा हुण चढ़ूगा सिखरां ते। मेरे नाल नाल रह तू मिट्टी पा दे जिगरां ते, बिस्मिल्ला इश्क साडा हुण चढ़ूगा सिखरां ते। मेरे नाल नाल रह तू मिट्टी पा दे जिगरां ते, बिस्मिल्ला। जी तौबा थोड़ियां तोरां ने धौण च काली मोहरां ने, साडे हिस्से आए जोर तला लिया होरां ने। मैं खजोर जवानी हाय तौबा, गलदी गानी हाय तौबा, दुनिया दीवानी हाय तौबा, इश्क रूहानी हाय तौबा। ओ सुटिया लाहौर दा ते नखरा कराची दा, ओ थोड़े मूरे फेलिया ब्रांड वर्साची दा। ओ सुटिया लाहौर दा ते नखरा कराची दा, थोड़े मूरे फेलिया ब्रांड वर्साची दा। कणी ना सिर जा कमा के सोहणियो, छड्ड दित्ता खड़ा हुण मारने गलासी दा। तुसी हुस्न बगीचा हो असी कंडे किकरां दे, बिस्मिल्ला इश्क साडा हुण चढ़ूगा सिखरां ते। मेरे नाल नाल रह तू मिट्टी पा दे जिगरां ते, बिस्मिल्ला इश्क साडा हुण चढ़ूगा सिखरां ते। मेरे नाल नाल रह तू मिट्टी पा दे जिगरां ते, बिस्मिल्ला। Desi Crew, Desi Crew, Desi Crew, Desi Crew। ਮੁਖੜੇ ਤੋਂ ਪਊਗਾ ਭਲੇਖਾ ਚੰਦਾ, ਜਣੀ ਖਣੀ ਉੱਤੇ ਨਹੀਂ ਉਹ ਦਿਲ ਮੰਨਦਾ। ਮੁਖੜੇ ਤੋਂ ਪਊਗਾ ਭਲੇਖਾ ਚੰਦਾ, ਜਣੀ ਖਣੀ ਉੱਤੇ ਨਹੀਂ ਉਹ ਦਿਲ ਮੰਨਦਾ। ਹੋ ਪਾਊਗੀ ਖਰੂਦ ਜੋ ਜੱਟੀ ਨੀ ਬਰੂਦ ਜੋ, ਮੇਰਾ ਹੀ ਹੋ ਮੇਰਾ ਹੀ ਹੋ। ਤੂੰ ਜਿਹੜੀ ਤੋਰ ਨਹੀਂ ਪੱਟ ਦੂਗੀ ਸ਼ੋਰ ਨਹੀਂ, ਛੜਾ ਜੂ 12 ਬੋਰ ਨਹੀਂ। ਉਹ ਸਿਰਾਈ ਹੋ ਸਿਰਾਈ ਹੋ ਜੱਟੀ ਸਿਰਾਈ ਹੋ। ਉਹ ਪੌਣੇ 6 ਫੁੱਟ ਜੱਟਾ ਮੇਰੀ ਹਾਈਟ ਵੇ, ਮੈਥੋਂ ਪੁੱਛਣ ਸਹੇਲੀਆਂ ਜੋ ਲਵਾਂ ਡਾਈਟ ਵੇ। ਮੈਂ ਵੀ ਬਹੁਤਿਆਂ ਫਰੈਂਡਾਂ 'ਚ ਬਲੀਵ ਨਾ ਕਰਾਂ, ਮੇਰੇ ਪਿੱਛੇ ਚੋਬਰਾਂ 'ਚ ਹੁੰਦੀ ਫਾਈਟ ਵੇ। ਜੋ ਖੜੂ ਮੇਰੇ ਪੱਖ 'ਚ ਗਰੂਰ ਜੀ ਦੀ ਅੱਖ 'ਚ, ਮੇਰਾ ਹੀ ਹੋ ਮੇਰਾ ਹੀ ਹੋ। ਮੈਂ ਵੇਖੂ ਮੋੜ ਮੋੜ ਕੇ ਰਾਹੂ ਨਾਲ ਜੋੜ ਕੇ, ਤੇ ਪਾਉ ਚਿੱਟੇ ਕੁੜਤੇ ਸਿਰਾਈ ਹੋ ਜੱਟ ਸਿਰਾਈ ਹੋ।
ਨੀ ਹੋ ਜਾਨਵਾਰ ਦੀ ਹੋ ਗਿਆ ਮੈਂ ਟੱਲੀ ਫੜੂ ਚਾਬੀ ਕਰਦੀ ਲਿਮਟ ਨਹੀਂ ਕਰਦੀ ਕਰੋਸ ਕਦੇ ਓ ਫੈਮਿਲੀ ਜੁਆਇੰਟ ਹੋਊ ਮੇਰੀ ਨਾਰ ਦੀ ਉਹ ਕਹੀ ਨੀ ਮੈਂ ਮੋੜਦਾ ਦਿਲ ਨੀ ਮੈਂ ਤੋੜਦਾ ਪਿੱਕਾ ਲੈ ਦੂੰ ਫੋੜਦਾ ਸਿਰਾਈ ਹੋਊ ਮਗੋਨਿਆਂ ਨੇ ਆਊਗੀ ਵੇਖੀ ਕਿਵੇਂ ਛਾਊਗੀ ਸੂਟ ਜਦੋਂ ਪਾਊਗੀ ਸਿਰਾਈ ਹੋਊ ਉਦੋਂ ਸਿਰਾਈ ਹੋਊ ਸੂਟ ਕਰ ਆਰਡਰ ਮੈਂ ਆਨਲਾਈਨ ਵੇ ਅੱਖ ਨੱਕ ਲੱਕ ਮੇਰੇ ਤਿੰਨੇ ਫਾਈਨ ਵੇ ਸੂਰ ਜਾਣਾ ਮੇਰਾ ਕਿੱਥੇ ਆ ਮੁਕਾਬਲਾ ਮੁੱਖ ਮੇਰਾ ਇਦਾਂ ਕਰਦਾ ਏ ਸ਼ਾਈਨ ਵੇ ਉਹ ਪੈਣਾ ਜਦੋਂ ਹੱਸ ਮੈਂ 10/10 ਮੈਂ ਸਿਰਾਈ ਹੋ ਨਾ ਤੇਰੇ ਨਾਲ ਵੇ ਜ਼ਿੰਦਗੀ ਕਮਾਲ ਵੇ ਕਰਕਣਾ ਖਾਣ ਵੇ ਸਿਰਾਈ ਹੋ ਉਦੋਂ ਸਿਰਾਈ ਹੋ ਆਹ ਪੂਰਾ ਮਾਣ ਤਾਣ ਜੋ ਦੇਊ ਮਾਣ ਨੂੰ ਖੜ ਕੇ ਬਠਿੰਡਾ ਦੇਖੂਗਾ ਰਕਾਨ ਨੂੰ ਜਿਹੜੇ ਮੇਰੇ ਯਾਰ ਮੈਨੂੰ ਰਹਿਣ ਛੇੜਦੇ ਦੇਣਗੇ ਵਧਾਈਆਂ ਗੱਭਰੂ ਜ਼ਬਾਨ ਨੂੰ ਦੋਹੇ ਸੇਮ ਜੀ ਜੱਟੀ ਨਾਲੇ ਮੇਮ ਜੀ ਪਊ ਜਿਹੜੀ ਗੇਮ ਜੀ ਸਿਰਾਈ ਹੋਊ ਪੱਕੀ ਲਾ ਦੂੰ ਮੋਰ ਜੋ ਸੋਫੇ ਦੀ ਲੋੜ ਜੋ ਗੁੱਸਾ ਦਿਓ ਹੋਰ ਜੋ ਸਿਰਾਈ ਹੋਊ ਜੱਟੀ ਸਿਰਾਈ ਹੋਊ ਤੇਰੇ ਨਾਲ ਖੜ ਕੇ ਜ਼ਿੰਦਗੀ ਦੇ ਵਰਕੇ ਨਾਲ ਪੜ ਕੇ ਸਿਰਾਈ ਹੋ ਜੱਟਾ ਸਿਰਾਈ ਹੋ ਪੂਰਾ ਟ੍ਰੈਂਡਿੰਗ ਨਖਰਾਵੇ ਮੁੰਡਿਆਂ ਵਿੱਚ ਤੂੰ ਵੀ ਵੱਖਰਾਵੇ ਆ ਜਾ ਫਿਰ ਟੈਂਸ਼ਨ ਪੂਰਾ ਟ੍ਰੈਂਡਿੰਗ ਨਖਰਾਵੇ ਮੁੰਡਿਆਂ ਵਿੱਚ ਤੂੰ ਵੀ ਵੱਖਰਾਵੇ ਚਾਹ ਚੜ ਗਿਆ ਜਦੋਂ ਮੋੜ ਤੋਂ ਚੱਕਵੀਂ ਕਾਰ ਮੁੜੀ ਦੁਨੀਆ ਛੱਡੂ ਰਾਵੇ ਮੁੰਡਿਆਂ ਬਾਹ ਵਿੱਚ ਪਾ ਕੇ ਬਾਵੇ ਮੁੰਡਿਆਂ ਅੜਬ ਜੇ ਜੱਟ ਨਾਲ ਜਦੋਂ ਪਟੋਲੇ ਵਰਗੀ ਨਾਲ ਤਰੀ ਦੁਨੀਆ ਛੱਡੂ ਰਾਵੇ ਮੁੰਡਿਆਂ ਬਾਹ ਵਿੱਚ ਪਾ ਕੇ ਬਾਵੇ ਮੁੰਡਿਆਂ ਅੜਬ ਜੇ ਜੱਟ ਨਾਲ ਜਦੋਂ ਪਟੋਲੇ ਵਰਗੀ ਨਾਲ ਤਰੀ ਕਿੰਨੇ ਸਾਲਾਂ ਤੋਂ ਮੈਂ ਤਾਂ ਸੋਚੀ ਬੈਠੀ ਸੋਹਣਿਆ ਵੇ ਤੇਰੇ ਨਾਲ ਫਿਊਚਰ ਮੇਰਾ ਬਾਕੀ ਕੁੜੀਆਂ ਦੇ ਵਾਂਗੂ ਸੀਕ੍ਰੇਟ ਰੱਖੀ ਜਾਵਾਂ ਇੰਨਾ ਦਾ ਨੀ ਨੇਚਰ ਮੇਰਾ ਕਿੰਨੇ ਸਾਲਾਂ ਤੋਂ ਮੈਂ ਤਾਂ ਸੋਚੀ ਬੈਠੀ ਸੋਹਣਿਆ ਵੇ ਤੇਰੇ ਨਾਲ ਫਿਊਚਰ ਮੇਰਾ ਬਾਕੀ ਕੁੜੀਆਂ ਦੇ ਵਾਂਗੂ ਸੀਕ੍ਰੇਟ ਰੱਖੀ ਜਾਵਾਂ ਇੰਨਾ ਦਾ ਨੀ ਨੇਚਰ ਮੇਰਾ ਬਸ ਵਿਆਹ ਦੀ ਟੈਨਸ਼ਨ ਥੋੜੀ ਵੇ ਦਿੰਨੇ ਅਟੈਂਸ਼ਨ ਥੋੜੀ ਵੇ ਡਰਦੀਆਂ ਕਿਤੇ ਨਜ਼ਰ ਨਾ ਲੱਗ ਜਾਏ ਜੱਗ ਦੀ ਮਾਰ ਬੁਰੀ ਦੁਨੀਆ ਛੱਡੂ
ਰੱਖੀ ਅੱਗ ਲੋਕ ਕੰਮ ਟੇਡੇ ਆਸਤੇ ਟੇਡੀ ਸਾਡੀ ਸੋਚ ਵੱਲੋਂ ਟੇਡੇ ਰਾਸਤੇ ਰੱਖੀ ਅੱਗ ਲੋਕ ਕੰਮ ਟੇਡੇ ਆਸਤੇ ਟੇਡੀ ਸਾਡੀ ਸੋਚ ਵੱਲੋਂ ਟੇਡੇ ਰਾਸਤੇ ਆਓ ਹੁੰਦੀ ਵੇਖ ਚਰਚਾ ਗੋਲੀਆਂ ਦੀ ਵਰਖਾ ਤਾੜ ਤਾੜ ਹੁੰਦੀ ਐ ਮਹੀਨਾ ਜਿਵੇਂ ਸੌਣਾ ਅੱਛਾ ਜੀ ਉੱਜ ਤਾਂ ਸੀ ਕੌਣ ਐ ਵੀਰੇ ਕੋਲੇ ਜੱਟੀ ਐ ਨੀ ਕਾਲੀ ਰੂਪੀ ਕੌਣ ਉੱਜ ਤਾਂ ਸੀ ਕੌਣ ਐ ਵੀਰੇ ਕੋਲੇ ਜੱਟੀ ਐ ਨੀ ਕਾਲੀ ਰੂਪੀ ਕੌਣ ਮੋਰਾ ਜਿਹੀ ਚਾਲ ਨੀ ਚਮਕੇ ਤੇ ਨਾਲ ਨੀ ਡਿੱਟਾ ਜਮਾ ਜੱਟੀ ਐ ਨੀ ਤੇਰੀ ਲੰਮੀ ਧੌਣ ਦੁਨੀਆ ਤੋਂ ਅੱਡ ਸ਼ੌਂਕ ਉਹ ਰੱਖਦਾ ਬਾਪੂ ਵੀਰ ਕਾਨੇ ਜੀਪਾਂ ਦੋ ਰੱਖਦਾ ਉਹ ਸੁਰਗਾਂ ਦੀ ਉਹ ਇੱਕ ਥਾਂ ਜੱਟੀਏ ਸਾਡਾ ਵੈਲੈਂਟਾਈਨ ਸਾਡੀ ਮਾਂ ਜੱਟੀਏ ਹੋ ਤੇਰੇ ਕੋਲੇ ਹੱਸ ਕੀ ਸਾਡਾ ਰੰਗ ਦੱਸ ਕੀ ਵੱਡਾ ਵੱਡੀ ਹਸਤੀ ਨੀ ਸਾਡੇ ਮੂਰੇ ਮੌਣ ਮੁੱਝ ਤਾਂ ਸੀ ਕੌਣ ਐ ਵੀਰੇ ਕੋਲੇ ਜੱਟੀ ਐ ਨੀ ਕਾਲੀ ਰੂਪੀ ਕੌਣ ਮੁੱਝ ਤਾਂ ਸੀ ਕੌਣ ਐ ਵੀਰੇ ਕੋਲੇ ਜੱਟੀ ਐ ਨੀ ਕਾਲੀ ਰੂਪੀ ਕੌਣ ਮੋਰਾ ਜਿਹੀ ਚਾਲ ਨੀ ਚਮਕੇ ਤੇ ਨਾਲ ਨੀ ਡਿੱਟਾ ਜਮਾ ਜੱਟੀ ਐ ਨੀ ਤੇਰੀ ਲੰਮੀ ਧੌਣ ਮੁੱਝ ਤਾਂ ਸੀ ਕੌਣ ਐ ਵੀਰੇ ਕੋਲੇ ਜੱਟੀ ਕੁੜੀਆਂ ਦੀ ਬਸ ਰੰਗ ਗੋਰਾ ਮੁੰਡਿਆ ਪਰੀਆਂ ਵੀ ਖਾਂਦੀਆਂ ਨੇ ਚੋਰਾ ਮੁੰਡਿਆ ਉਹ ਨੇਚਰ ਫਰੈਂਕ ਗਸ ਰੰਗ ਲਾਵੀ ਨਾ ਹਾਸੇ ਉਦਾਂ ਪਵਾ ਥੋੜਾ ਥੋੜਾ ਮੁੰਡਿਆ ਉਹ ਜੱਟੀ ਸਰੀ ਸ਼ਹਿਰ ਦੀ ਅੱਖ ਮਾਰੇ ਫੈਰ ਜੀ ਵਾਰਨਿੰਗ ਦਿੰਨੀ ਅੱਜ ਰਹੋ ਜਰਾ ਬਚ ਕੇ ਕੀ ਇਹ ਐਲਵੀ ਪਰਾਡਾ ਵੇ ਸੂਟ ਜੱਚੇ ਡਾਡਾ ਵੇ ਲੈੜਾ ਕੈਡੀ ਲੈਕ ਤੂੰ ਬੈਠੂੰਗੀ ਵਿੱਚ ਜੱਟ ਕੀ ਇਹ ਐਲਵੀ ਪਰਾਡਾ ਵੇ ਸੂਟ ਜੱਚੇ ਡਾਡਾ ਵੇ ਲੈੜਾ ਕੈਡੀ ਲੈਕ ਤੂੰ ਬੈਠੂੰਗੀ ਵਿੱਚ ਜੱਚ ਕੇ ਕਦੇ ਐਲੇ ਹੁੰਨੀ ਐ ਕਦੇ ਲੰਡਨ ਹਾਣਦੀ ਏ ਗੁੱਟ ਡਾਮੇ ਚਾਹਦੇ ਜਾਂ ਤੂੰ ਲੈ ਤੂੰ ਕੰਗਣ ਹਾਣਦੀ ਏ ਉਹ ਕੱਚੀ ਕੱਚ ਦੇ ਗਲਾਸ ਤੋਂ ਡਰਦੀਆਂ ਕਾਸ ਤੋਂ ਕੁੜੀਆਂ ਨੂੰ ਜੱਚੇ ਸਾਡੀ ਸਾਂਵਲੀ ਜੀ ਟੋਨ ਐ ਅੱਛਾ ਜੀ ਮੁੱਝ ਤਾਂ ਸੀ ਕੌਣ ਐ ਵੀਰੇ ਕੋਲੇ ਜੱਟੀ ਐ ਨੀ ਕਾਲੀ ਰੂਪੀ ਕੌਣ ਮੁੱਝ ਤਾਂ ਸੀ ਕੌਣ ਐ ਵੀਰੇ ਕੋਲੇ ਜੱਟੀ ਐ ਨੀ ਕਾਲੀ ਰੂਪੀ ਕੌਣ ਮੋਰਾ ਜਿਹੀ ਚਾਲ ਨੀ ਚਮਕੇ ਤੇ ਨਾਲ ਨੀ ਡਿੱਟਾ ਜਮਾ ਜੱਟੀ ਐ ਨੀ ਤੇਰੀ ਲੰਮੀ ਧੌਣ Girls with the music. ਜੀਪ ਮਿਲਟਰੀ ਸ਼ੇਡ ਦੀ ਕੁੜਤੇ ਕਾਲੇ ਆ ਵੇ ਲੋਕਲ ਤਾਂ ਨਹੀਂ ਲੱਗਦੇ ਬਠਿੰਡੇ ਵਾਲੇ ਆ ਪਰ ਗੁੰਡਾ ਗਰਦੀ ਮਾੜੀ ਐ ਹੱਥ ਦੀ ਟੌਰ ਨੂੰ ਵੱਜਦੀ ਤਾੜੀ ਐ ਵੇ ਫਿਰ ਘਰੇ ਨਹੀਂ ਜਾਣਾ ਮੁੜਿਆ ਇਹ ਸੱਜਣਾ ਗੁਨਾਹ ਹੀ ਏਦਾਂ ਦਾ ਮਾਸ਼ੀ ਨਹੀਂ ਜਾਂਦੇ ਮੇਰੀਏ ਡੱਟ ਦਾ ਸੁਭਾਈ ਏਦਾਂ ਦਾ ਥੋੜੇ ਅਸੀਂ ਵੀ ਚਲਾਕ ਹੋ ਗਏ ਕੀ ਕਰੀਏ ਨੀ ਰਾਈ ਏਦਾਂ ਦਾ ਬਦਮਾਸ਼ੀ ਨਹੀਂ ਜਾਂਦੇ ਮੇਰੀਏ ਡੱਟ ਦਾ ਸੁਭਾਈ ਏਦਾਂ ਦਾ ਥੋੜੇ ਅਸੀਂ ਵੀ ਚਲਾਕ ਹੋ ਗਏ ਕੀ ਕਰੀਏ ਨੀ ਰਾਈ ਏਦਾਂ ਦਾ ਡੱਟ ਦਾ ਸੁਭਾਈ ਏਦਾਂ ਦਾ ਡੱਟ ਦਾ ਸੁਭਾਈ ਏਦਾਂ ਦਾ ਅਸਲਾ ਹਿੱਕ ਨਾ ਲਾ ਕੇ ਰੱਖਾਂ ਤੱਤੇ ਵਾਲਿਆਂ ਲਈ ਵੇ ਤੂੰ ਆਈਡਲ ਬਣ ਗਿਆ ਮੁੰਡਿਆ +2 ਵਾਲਿਆਂ ਲਈ ਕਈਆਂ ਲੈਂਡ ਕਰੂਜ਼ਰ ਲੈ ਲਈ ਤੈਨੂੰ ਤੱਕ ਤੱਕ ਕੇ ਕਰਦੇ ਫਿਰਨ ਲੀਡਰੀ ਬੱਲੀਏ ਲਮਟਾ ਚੱਕ ਚੱਕ ਕੇ ਬੜੇ ਤੈਥੋਂ ਕੱਬੇ ਫਿਰਦੇ ਆ ਨਹੀਂ ਉਹ ਅੱਜ ਦੇ ਨਹੀਂ ਉਹ ਚਿਰਦੇ ਆ ਪਿੰਡਾਂ ਯਾਰੀਆਂ ਚ ਘਰ ਫੂਕਣਾ ਇਹਦਾ ਸੋਹਣੀਏ ਨੀ ਚਾਈ ਏਦਾਂ ਦਾ ਬਦਮਾਸ਼ੀ ਨਹੀਂ ਉਹ ਜਾਂਦੇ ਮੇਰੀਏ ਡੱਟ ਦਾ ਸੁਭਾਈ ਏਦਾਂ ਦਾ ਥੋੜੇ ਅਸੀਂ ਵੀ ਚਲਾਕ ਹੋ ਗਏ ਕੀ ਕਰੀਏ ਨੀ ਰਾਈ ਏਦਾਂ ਦਾ ਬਦਮਾਸ਼ੀ ਨਹੀਂ ਉਹ ਜਾਂਦੇ ਮੇਰੀਏ ਡੱਟ ਦਾ ਸੁਭਾਈ ਏਦਾਂ ਦਾ ਥੋੜੇ ਅਸੀਂ ਵੀ ਚਲਾਕ ਹੋ ਗਏ
ਉੱਪਰ ਵੀ ਜੱਟ ਦਾ ਲਾ ਕੇ ਰੱਖਦੀਆਂ ਨੇ ਜੇ ਕੋਈ ਮੈਥੋਂ ਸੋਹਣੀ ਮਿਲ ਜੇ ਕੋਈ ਰੋਕ ਨਹੀਂ ਉਹ ਚੰਗੇ ਘਰ ਦੇ ਕਾਕੇ ਮਾੜੀ ਸੋਚ ਨਹੀਂ ਤੇਰੀ ਰੈਲੀ ਡਾਰਾਂ ਜੁੜੀਆਂ ਨੇ ਜਿੰਨੇ ਮੁੰਡੇ ਉਨੀਆਂ ਕੁੜੀਆਂ ਨੇ ਅੱਜ ਇੰਨਾ ਕੱਟ ਹੋ ਗਿਆ ਵੇ ਅੱਜ ਇੰਨਾ ਕੱਟ ਹੋ ਗਿਆ ਉਹ ਪੈਂਦਾ ਜੱਟ ਪਿੱਛੇ ਗਾਈ ਐਦਾਂ ਦਾ ਬਦਮਾਸ਼ੀ ਨਹੀਂ ਜਾਂਦੇ ਮੇਰੀਏ ਜੱਟ ਦਾ ਸੁਭਾਅ ਹੀ ਐਦਾਂ ਦਾ ਥੋੜੇ ਅਸੀਂ ਵੀ ਚਲਾਕ ਹੋ ਗਏ ਕੀ ਕਰੀਏ ਨਿਰਾਈ ਐਦਾਂ ਦਾ ਬਦਮਾਸ਼ੀ ਨਹੀਂ ਜਾਂਦੇ ਮੇਰੀਏ ਜੱਟ ਦਾ ਸੁਭਾਅ ਹੀ ਐਦਾਂ ਦਾ ਥੋੜੇ ਅਸੀਂ ਵੀ ਚਲਾਕ ਹੋ ਗਏ ਕੀ ਕਰੀਏ ਨਿਰਾਈ ਐਦਾਂ ਦਾ ਜੱਟ ਦਾ ਸੁਭਾਅ ਹੀ ਐਦਾਂ ਦਾ ਜੱਟ ਦਾ ਸੁਭਾਅ ਹੀ ਐਦਾਂ ਦਾ ਇਸ਼ਕ ਤੇਰੇ ਨਾਲ ਹੋ ਗਿਆ ਮੈਨੂੰ ਦੇਖ ਜਵਾਨੀ ਚੜਦੀ ਵੇ ਦਿਲ ਦੀ ਗੱਲ ਨਹੀਂ ਖੁੱਲ ਕੇ ਦੱਸਦਾ ਦਿਲ ਦੀ ਗੱਲ ਨਹੀਂ ਖੁੱਲ ਕੇ ਦੱਸਦਾ ਤਾਂ ਹੀ ਤੇਰੇ ਨਾਲ ਲੜਦੀ ਹੁਸਨ ਦੀ ਗਰਮੀ ਵੱਧਦੀ ਜਾਂਦੀ ਸ਼ਹਿਰ 'ਚ ਉਦਾਂ ਸਰਦੀ ਵੇ ਮੇਰੇ ਤੇ ਮਰੇ ਦੁਨੀਆ ਮੈਂ ਤੇਰੇ ਤੇ ਮਰਦੀ ਵੇ ਜੱਟੀ ਐ ਸਕੋਚ ਵਰਗੀ ਥੋੜਾ ਲੇਟ ਅਸਰ ਜਿਆ ਕਰਦੀ ਵੇ ਜੱਟੀ ਐ ਸਕੋਚ ਵਰਗੀ ਉਹ ਲਾਈਫ ਲੌਂਗ ਜਿਹਾ ਕਰਦਾ ਵਾਦਾ ਟਾਈਮ ਪਾਸ ਨਹੀਂ ਕਰਦਾ ਤੇਰੀ ਮੇਰੀ ਜੋੜੀ ਉੱਤੋਂ ਨੋਟਾਂ ਦਾ ਵੀ ਵਰਦਾ ਕੱਲਾ ਕੱਲਾ ਸ਼ਾਇਰ ਦਾ ਵੈਲੀਆ ਗੱਭਰੂ ਕੋਲੋਂ ਡਰਦਾ ਫਰਾਰੀ ਤੇਰਾ ਸੂਟ ਨਾਲ ਦੀ ਨਿੱਤ ਲੈ ਕੇ ਗਲੀ ਵਿੱਚ ਖੜਦਾ ਜੇ ਤੂੰ ਐ ਸਕੋਚ ਵੱਲੀਏ ਤੇਰਾ ਯਾਰ ਟਕੀਲਾ ਵਰਗਾ ਜੇ ਤੂੰ ਐ ਸਕੋਚ ਵੱਲੀਏ ਤੇਰਾ ਯਾਰ ਟਕੀਲਾ ਵਰਗਾ ਜੇ ਤੂੰ ਐ ਸਕੋਚ ਵੱਲੀਏ ਜਦ ਮੈਂ ਜੀਪ ਤੇ ਗੇੜੀ ਸ਼ਹਿਰ ਜਾਮ ਫਿਰ ਰਹਿੰਦਾ ਆ ਟੌਰ ਬਣਾਵੇ ਜੱਟੀ ਦੀ ਜਦ ਖੱਬੀ ਸੀਟ ਤੇ ਬੈਂਦਾ ਲੱਕ ਬਿਯੋਂਸੇ ਵਰਗਾ ਮੇਰਾ ਭਾਰ ਜਮਾਨੀ ਸਹਿੰਦਾ ਮੈਂ ਸੂਟ ਲੈਣਾ ਉਹ ਮੁੰਡਿਆ ਤੇਰੇ ਅਸਲ ਨਾਲੋਂ ਮਹਿੰਗਾ ਮੈਂ ਸੂਟ ਲੈਣਾ ਉਹ ਮੁੰਡਿਆ ਤੇਰੀ ਰਫਲਾਂ ਨਾਲੋਂ ਮਹਿੰਗਾ ਮੈਂ ਸੂਟ ਲੈਣਾ ਉਹ ਮੁੰਡਿਆ ਹੱਕ ਚ ਪਾਦੇ ਵੋਟਰ ਕਾਨੇ ਕਿਉਂ ਵੱਟਦੀਆਂ ਫੈਂਡੀ ਲਾਉਂਦਾ ਗੋਨਿਆਂ ਨੇ ਪਿੰਡ ਵਾਲਾ ਉਹ ਤੇਰਾ ਮੈਸੀ ਫੁੱਟਬਾਲ ਤੋਂ ਸਾਡਾ ਖੇਤਾਂ ਵਾਲਾ ਰੰਗ ਦਾ ਬਰਾਉਨ ਗੱਭਰੂ ਦਿਲਦਾ ਨਹੀਂ ਪਰ ਕਾਲਾ ਨੀ ਖੱਬੀ ਅੱਖ ਫੈਰ ਗੋਰੀਏ ਉਹ ਖੱਬੀ ਅੱਖ ਫੈਰ ਗੋਰੀਏ ਜੇ ਬਚਦੀ ਜਾਨ ਬਚਾ ਲੈ ਖੱਬੀ ਅੱਖ ਫੈਰ ਗੋਰੀਏ ਛੇਤੀ ਨੀ ਪਸੰਦ ਕੋਈ ਆਉਂਦਾ ਵੇ ਤੂੰ ਏ ਪਰ ਲੱਕੀ ਮੁੰਡੇ ਜੈਲਦਾਰਾਂ ਦੀਆਂ ਧੀ ਵੇ ਕੱਲੇ ਆਉਂਦੇ ਠੱਤੀ ਮੁੰਡਿਆਂ ਸੁਣ ਕੇ ਜਿੱਥੇ ਮੈਂ ਬੈਡਮਿੰਟਨ ਖੇਡਾਂ ਤੂੰ ਕੋਠੀ ਐ ਦੱਬੀ ਕੱਢ ਲੈਣਾ ਏ ਜਾਨ ਤੂੰ ਪਾ ਕੇ ਜਾਕਟ ਡੱਬ ਖੜਬੀ ਦੇ ਵਿੱਚ ਲਕੋ ਲੈਨੀ ਆ ਤੇਰੀ ਚਾਂਦੀ ਦੀ ਡੱਬੀ 24 ਤੋਂ ਮੈਂ ਟੱਪ ਗਈ ਤੇਰੀ ਏਜ 26 ਵੇ ਸ਼ੂਟਿੰਗ ਸਿੱਖਦੀ ਆ ਤੇਰੇ ਵਾਂਗੂ ਕੱਪੀ ਵੇ ਸ਼ੂਟਿੰਗ ਸਿੱਖਦੀ ਆ ਬੱਲੀਏ ਟੌਰ ਕੈਨੇਡਾ ਤਾਈ ਉੱਡਦਾ ਵੇਖੀ ਕਰਦਾ ਉਹ ਵੈਰੀ ਡਾਉਂਦਾ ਫੂਕ ਮਾਰ ਕੇ ਬਾਪੂ ਕੋਲੋਂ ਡਰਦਾ ਉਹ ਤੂੰ ਲੱਗਦੀ ਐ ਅਮਰਜੋਤ ਜਈ ਤੂੰ ਲੱਗਦੀ ਐ ਅਮਰਜੋਤ ਜਈ ਜੱਟ ਚਮਕੀਲੇ ਵਰਗਾ ਔਲੇ ਦਾ ਪਲਾਨ ਜੱਟੀਏ ਗੱਭਰੂ ਰਾਖੀ ਕਰਦਾ ਸਿਕੰਦਰ ਦੀ ਫੌਜ ਵਰਗਾ ਜੱਟ ਨਹੀਂ ਕਿਸੇ ਤੋਂ ਡਰਦਾ ਨਿਕਲਾ ਜੱਟ ਫੌਜ ਵਰਗਾ ਸੁਰਗ ਦਾ ਝੂਟਾ ਲੈ ਕੇ ਵਾਪਸ ਆਉਣਾ ਮੈਂ ਸੁਰਗ ਦਾ ਝੂਟਾ ਲੈ ਕੇ ਵਾਪਸ ਆਉਣਾ ਮੈਂ ਤੇਰੀ
पग दी पूनी बापू जदों कराउणा मैं, तेरी पग दी पूनी बापू जदों कराउणा मैं। तेरे हुंदे टेढ़ा टेढ़ा जट नूं कौन चाकू, मेरी उम्र तैनू लग जावे जिउंदा रह बापू, मेरी उम्र तैनू लग जावे जिउंदा रह बापू। जन्नत तेरे पैर दी मिट्टी हो गई है, जन्नत तेरे पैर दी मिट्टी हो गई है। मेरे फिकरां विच तेरी दाढ़ी चिट्टी हो गई है। तेरा पुत तेरे एहसान नूं दस दे किंज मापू, मेरी उम्र तैनू लग जावे जिउंदा रह बापू, मेरी उम्र तैनू लग जावे जिउंदा रह बापू। तेरे मुड़के विचों खुशियां दा दर सेक्या मैं, तेरे मुड़के विचों खुशियां दा दर सेक्या मैं। तैथों चोरी तेरा कुर्ता पाके वेख्या मैं, सच्ची तेरे बाजों सुना सुना जग जापू, मेरी उम्र तैनू लग जावे जिउंदा रह बापू, मेरी उम्र तैनू लग जावे जिउंदा रह बापू। एक चीज ही सिख लई दुनियादारी तो, एक चीज तां सिख लई दुनियादारी तो। कोई चीज नहीं वड्डी प्यो पुत दी यारी तो, रब्बा खोलवी ना खुशियां दा तू बन डाकू, मेरी उम्र तैनू लग जावे जिउंदा रह बापू, मेरी उम्र तैनू लग जावे जिउंदा रह बापू। अगले जन्म भी तेरा पुत बन के आवां, बस यही अरदास है। ओ लोक जहाजां ते लख चढ़दे होणगे बापू, मेरे लिए तेरे मोढे ही बिजनेस क्लास है, मेरे लिए तेरे मोढे ही बिजनेस क्लास है। पहला तो हालात सी खराब बल्लिए नी, बाकी समय दे हिसाब नाल ठीक हुंदे गए। जिवें जिवें मित्तरां नाल होईयां माड़ियां नी बंदे उदां ही उदां दिल चों डिलीट हुंदे गए। जिवें जिवें मित्तरां नाल होईयां माड़ियां नी बंदे उदां ही उदां दिल चों डिलीट हुंदे गए। मुंडा मुड़ के कदे नी ओदा डाटा चकदा नी जेड़ा एक वारी दिल विचों लैंदा बल्लिए। मित्तरां नूं मिठा मिठा तू वेखदी नी, बाकी सारा पिंड कौड़ा कौड़ा वहिंदा बल्लिए। मित्तरां नूं मिठा मिठा तू वेखदी नी, बाकी सारा पिंड कौड़ा कौड़ा वहिंदा बल्लिए। On planes and that people don't have houses. तीरां दी था सोहणी है गलाउग रखदा नी, एवें मिर्जे वाला ना जानी प्यार मुंडे दा। हैक जोर नाल जेवे आके ले गया नी, मैनू तेरा पिंड देहूगा खिताब गुंडे दा। हैक जोर नाल जेवे आके ले गया नी, मैनू तेरा पिंड देहूगा खिताब गुंडे दा। किवें हुण दे दू तैनू किसे होर दी नी, जेड़ा पंगे ही बरूद नाल लैंदा बल्लिए। मित्तरां नूं मिठा मिठा तू वेखदी नी, बाकी सारा पिंड कौड़ा कौड़ा वहिंदा बल्लिए। मित्तरां नूं मिठा मिठा तू वेखदी नी, बाकी सारा पिंड कौड़ा कौड़ा वहिंदा बल्लिए। That's a hell of a job for a 21-year-old. चो बोलदी है तू बल्लिए नी, बोले असला गड्डी च नी जापान रूसां दा। तेरे लाडले दे औरां दी गरारी बल्लिए नी।
ਕਹਿੰਦੇ ਭਾਬੀ ਨੂੰ ਸ਼ਗਨ ਪਾਉਣਾ ਕਾਰਤੂਸਾਂ ਦਾ ਤੇਰੇ ਲਾਡਲੇ ਦੇ ਔਰਾਂ ਦੀ ਗਰਾਰੀ ਬੱਲੀਏ ਨਹੀਂ ਕਹਿੰਦੇ ਭਾਬੀ ਨੂੰ ਸ਼ਗਨ ਪਾਉਣਾ ਕਾਰਤੂਸਾਂ ਦਾ ਓਏ ਆਪ ਚੁੱਪ ਰਹਿੰਦੀ ਵਾਰਦਾਤ ਬੋਲਦੀ ਨਹੀਂ ਨਾਲ ਅੱਤਾ ਤੂੰ ਕਬੂਰ ਥਲਾ ਰਹਿੰਦਾ ਬੱਲੀਏ ਓ ਮਿੱਤਰਾਂ ਨੂੰ ਮਿੱਠਾ ਮਿੱਠਾ ਤੂੰ ਵੇਖਦੀ ਨਹੀਂ ਬਾਕੀ ਸਾਰਾ ਪਿੰਡ ਕੌੜਾ ਕੌੜਾ ਰਹਿੰਦਾ ਬੱਲੀਏ ਓ ਮਿੱਤਰਾਂ ਨੂੰ ਮਿੱਠਾ ਮਿੱਠਾ ਤੂੰ ਵੇਖਦੀ ਨਹੀਂ ਬਾਕੀ ਸਾਰਾ ਪਿੰਡ ਕੌੜਾ ਕੌੜਾ ਰਹਿੰਦਾ ਬੱਲੀਏ ਆਓ ਸ਼ਹਿਰ ਚੋਂ ਮਕਾਤੇ ਵੈਰੀ ਇੰਜ ਜੱਟ ਨੇ ਜਿਵੇਂ ਮੁੱਕਦੇ ਸਿਆਲਾਂ ਵਿੱਚ ਅੰਬ ਪਤਲੋ ਤਿੰਨ ਪੈਟਰੋਲ ਪੰਪ ਜੀਟੀ ਰੋਡ ਤੇ ਜਾਣਦੀ ਨਾ ਗੱਭਰੂ ਮਲੰਗ ਬਦਲੋ ਮਿੱਤਰਾਂ ਨੂੰ ਡਰ ਬਸ ਇਸ ਗੱਲ ਦਾ ਫਾਇਦੇ ਨਾਲੋਂ ਜ਼ਿਆਦਾ ਨੁਕਸਾਨ ਹੋਊਗਾ ਨੇੜੇ ਨੇੜੇ ਜਿਨ੍ਹਾਂ ਦੇ ਆ ਪਿੰਡ ਛਿੰਦੀਆਂ ਨਾਲ ਗੋਨਿਆਂ ਵਾਲਾ ਮਾਨ ਹੋਊਗਾ ਫੁੱਲ ਫਿਰ ਜ਼ਿਲ੍ਹੇ ਵੱਲੋਂ ਸ਼ੌਂਕ ਜੱਟ ਦੇ ਨਹੀਂ ਕਹਿੰਦੇ ਬੰਬੇ ਤੋਂ ਮੰਗਾਇਆ ਤੇਰਾ ਲਹਿੰਗਾ ਬੱਲੀਏ ਮਿੱਤਰਾਂ ਨੂੰ ਮਿੱਠਾ ਮਿੱਠਾ ਤੂੰ ਵੇਖਦੀ ਨਹੀਂ ਬਾਕੀ ਸਾਰਾ ਪਿੰਡ ਕੌੜਾ ਕੌੜਾ ਰਹਿੰਦਾ ਬੱਲੀਏ ਮਿੱਤਰਾਂ ਨੂੰ ਮਿੱਠਾ ਮਿੱਠਾ ਤੂੰ ਵੇਖਦੀ ਨਹੀਂ ਬਾਕੀ ਸਾਰਾ ਪਿੰਡ ਕੌੜਾ ਕੌੜਾ ਰਹਿੰਦਾ ਬੱਲੀਏ ਮਿੱਤਰਾਂ ਨੂੰ ਮਿੱਠਾ ਮਿੱਠਾ ਤੂੰ ਵੇਖਦੀ ਨਹੀਂ ਬਾਕੀ ले नस के किसे बतिया बतारू हंस हंस के मन कर तारे कट ले नस के रब की कसम हम तोहरा सिवा दूसरा के ना चाहनी हो तू हमारा के चाहे लू ई सोच के बड़ी खुश रहनी हो हमारा के चाहे लू, ई सोच के बड़ी खुश रहनी हो। रब की कसम हम तोहरा सिवा दूसरा के ना चाहनी हो तू हमारा के चाहे लू ई सोच के बड़ी खुश रहनी हो अब सोचने वाली बात ये थी कि ये आदमी कौन था। दोस्तों, ये डेविड था जो फिल्म की स्टार्टिंग में दिखा था। ये यहाँ पर एलिजाबेथ के साथ आया था। डेविड इन सभी को एलियन के बारे में सब कुछ बता देता है। डेविड ने यहाँ पर कई चीजों पर एक्सपेरिमेंट भी किए होते हैं। वो बहुत ही स्वार्थी हो चुका था। हमें यहाँ पर पता चलता है कि वो जब यहाँ पर आया था तो यहाँ पर कई सारे लोग रहते थे, लेकिन डेविड ने उन सभी को मार दिया था, यानी कि मौत की नींद सुला दिया था, क्योंकि डेविड ने उन सभी पर एक्सपेरिमेंट किए थे। तो ये बातें दूसरे रोबोट को बता रहा हूँ। दोस्तों, ये डेविड था जो फिल्म की स्टार्टिंग में दिखा था। ये यहाँ पर एलिजाबेथ के साथ आया था। डेविड इन सभी को एलियन के बारे में सब कुछ बता देता है। डेविड ने यहाँ पर कई चीजों पर एक्सपेरिमेंट भी किए होते हैं। वो बहुत ही स्वार्थी हो चुका था। हमें यहाँ पर पता चलता है कि वो जब यहाँ पर आया था तो यहाँ पर कई सारे लोग रहते थे, लेकिन डेविड ने उन सभी को मार दिया था, यानी कि मौत की नींद सुला दिया था, क्योंकि डेविड ने उन सभी पर एक्सपेरिमेंट किए थे। वो ये बातें दूसरे रोबोट को बता रहा होता है। वो कहता है कि तुम ये बातें किसी और को नहीं बताओगे, क्योंकि तुम भी मेरी तरह उन्हें हमला कर दिया होता है और देखते ही देखते वो सभी उसे अपना भोजन बना लेते हैं और मेलिनी और साथी भी वहां पहुंचते हैं, लेकिन वो भी उन हाइब्रिड बच्चों के प्लान का एक हिस्सा होता है। वो बच्चे अब उन्हें भी घेर लेते हैं। इसके बाद मेलिनी और उनके बीच एक फाइट होती है, जिसके बाद वो बच्चे वहां से भाग जाते हैं। अब ये सभी लैब पहुंच जाते हैं। वहां मौजूद कैलरिन अब लैब में एक गैस फैला देती है, जिसकी वजह से कैलरिन को छोड़ सभी बेहोश हो जाते हैं। इसके बाद डॉक्टर मेलिनी को घसीटकर ऑपरेशन के लिए ले जाती है। अब ये सच सामने आता है कि डॉक्टर कैलरिन को एक ब्लड इन्फेक्शन, लेकिन इनमें से कोई भी उसकी बातों पर विश्वास नहीं करता। अब सिवाज एलेक्स को उसकी कैंपिंग वाली जगह पर ले चलने को कहता है। इसके बाद एलेक्स इनके साथ आगे बढ़ने लगती है। रास्ते में इनको एक पलटी हुई बस मिलती है। नेट जब उस बस को चेक करता है तो उसमें एक गन और एक चाबी मिलती है। मिली हुई गन को नेट अपने पास छुपा लेता है, जिसे वो वोल्टर को दे देता है। गाड़ी को खोलने पर इनको उसमें ढेर सारा पैसा मिलता है। सिवाज सबको दो दो भाग लेकर आगे चलने को कहता है, लेकिन वोल्टर जख्मी था, इसलिए वो बैग ढोने से इनकार कर देता है। सिवाज के फोर्स करने पर वोल्टर उस पर नेट की दी हुई गन के साथ हमला करने की कोशिश करता है।
लेकिन उसमें गोली नहीं होती। सिवाज को इससे बहुत गुस्सा आता है और वहाँ जितने भी पिग आते हैं वो इन्फेक्टेड होते हैं जो किसी को भी नुकसान पहुंचा सकते हैं, इसलिए वो उन्हें मार देती है। अब ये लोग मैकेनिक की तलाश में उस औरत के साथ उसके घर पहुंचते हैं। अब बातों ही बातों में हेनरी का जिक्र होता है, जो वो उनसे हेनरी के लुक के बारे में पूछती है और एक फोटो भी दिखाती है। वो कहती है कि हेनरी उसका कजिन है। ये सुनते ही दोनों काफ़ी घबरा जाते हैं और वहाँ से जाने का फैसला करते हैं। अब सीन शिफ्ट होता है और दिखाया जाता है कि कैबिन के पास एक लेडी इंस्पेक्टर आती है जिसका नाम विंगस्टन होता है। उसे पोल बताता है कि उन पर एक इन्फेक्टेड इंसान ने अटैक कर दिया था। वो अब रिपोर्ट लिखती है, लेकिन उस वक्त उस इंस्पेक्टर का बिहेव थोड़ा अजीब दर्द होता है। वो जब जूते निकालता है तो वो हैरान रह जाता है। वो देखता है कि उसका पैर एक भेड़ की तरह हो गया है। अब उन्हें कई भेड़ अपनी ओर आते हुए नजर आते हैं। ये देखते ही वो भागने लगते हैं। भागते भागते एक लैब में चले जाते हैं जहाँ भेड़ों पर एक्सपेरिमेंट किया गया था। वहाँ उन्हें बिना खाल की एक भेड़ नजर आती है जिस पर एक्सपेरिमेंट किया जा रहा था। इसी बीच एक साइंटिस्ट वहाँ आ जाती है। वो उनसे पूछती है कि आप लोग यहाँ क्या कर रहे हो, और काफी गुस्सा करने लगती है और एंगर भी वहीं होता है। हेनरी उससे इसके बारे में पूछता है तो वो कहता है कि मैंने इसके मूवी के बजट के बारे में कुछ गोलमाल है। इसी बीच हमें एक और पास्ट का सीन दिखाया जाता है जहां पर हम देख पाते हैं कि अनामिका अपनी लाइफ अपनी मर्जी से नहीं बल्कि अपनी मां की मर्जी से जी रही है, और उसे ये पता चलता है कि उसके पति और उसकी मां ने बैंक अकाउंट के सारे पैसे निकाल लिए हैं। ये बात जानकर वो अपने प्रेमी के पास चली जाती है और उससे कहती है कि आई एम विद यू, यानी कि मैं तुम्हारे साथ हूँ, और फिर आगे कहती है कि मैं तुम्हारे साथ लंदन जाने के लिए तैयार हूँ। जिसके बाद अनामिका अपने घर पर आती है तो हम देख पाते हैं कि उसका पति कोई कांटेक्ट नहीं हो पाता है। अब डिलन यही सोच रहा था कि ये सब थ्रेडियस की गेम है, क्योंकि सारे हॉर्समैन्स ने मिलकर उसको अरेस्ट कराया था और थ्रेडियस कहता है कि ये सब मैंने नहीं कराया है, लेकिन मैं ये जानता हूँ कि ये सब कैसे हुआ है और इस टाइम पे हॉर्समैन्स कहाँ पर है और मैं तुम्हें उनके पास लेकर जा सकता हूँ, लेकिन ये तभी पॉसिबल होगा जब मैं जेल से बाहर आऊँ। उधर हम चारों हॉर्समैन्स को एक मैजिक शॉप में देखते हैं और यहाँ पर डैनियल आई कम्युनिटी को कॉन्टेक्ट करता है, क्योंकि वोल्टर की बात मानने का भी उनका एक रीजन था कि वो उस चिप को चुरा कर आई को दे देंगे, और इसलिए डैनियल अब आई को कांटेक्ट करता है और अब वो बहुत ज्यादा अलग सिक्योरिटी से लड़ूंगा। एजेंट टीनेजर लड़ाई शुरू कर देता है, लेकिन फाइनली एनेबिस उसको पकड़ लेती है तो एनेबिस सबके सामने लाइव आके उस बच्चे को मार देती है। उसके बाद रेड टेल्विन कहता है कि मैं उसे छोड़ूंगा नहीं, तो वो उसके पास उसके अड्डे पर जाता है और वहां जाकर उसे मारने की कोशिश करता है, लेकिन रेड टेल्विन भी मारा जाता है। जब प्रेसिडेंट को इस बात का पता चलता है तो वो परेशान हो जाता है कि ऐसे कैसे हो सकता है, रेड टेल्विन कैसे मर सकता है। राइट हुक ने एक और बच्चे को ट्रेनिंग दी थी जिसका नाम है लिटिल विंगर्स। वो भी मार्वलस मैन जैसा होता है और उसे बेचता है एरेबिस के अड्डे पर। वहां जाकर वो तबाही मचा देता है और सबको मार देता है। नाइट हुक कोटेक्स से कहता नजर आता है जिसके पास कई भेड़ें होती हैं। उससे अचानक भेड़ों की आवाज आने लगती है जो बेहद डरी हुई मालूम होती हैं। इस बीच कोई चीज जमीन के अंदर से ही फ्रेड को नीचे की ओर खींचने लगती है। इसके बाद सभी भेड़ भी मारी जाती हैं। अब वहां मैकी और अर्ल आते हैं। वो इस भयानक नज़ारे को देखकर बेहद घबरा जाते हैं। वो लोग फ्रेड को ढूंढने लगते हैं, फिर उन्हें जमीन पर उसकी कैप दिखाई देने लगती है। वो उसको उठाते ही वहां से 4 कदम की दूरी पर हट जाते हैं। दरअसल हैट के नीचे फ्रेड का कटा हुआ सिर होता है। ये देखने के बाद दोनों वहां से भाग खड़े ऑफ करने के लिए बोलता है, जिसके बाद सभी लाइट्स को बुझा दिया जाता है। अब उसकी बॉडी का चेकअप होता है तो पता चलता है कि वो बिल्कुल नॉर्मल इंसान की तरह ही काम कर रहा है। इसी तरह 3 दिन गुजर जाते हैं। अब उसे वापस विजिबल होने के लिए एंटीडोस को इंजेक्ट किया जाना होता है। इंजेक्ट करने के बाद उसके शरीर में तेज दर्द होने लगता है। इसके साथ ही वो विजिबल भी नहीं हो पाता है। उसे अब ऐसा लगता है कि वो मरने वाला है। उसकी हालत काफी खराब होने लगती है। इसे देख उसके सहयोगी उसे एक मास्क लेप लगा देते हैं। अब धीरे धीरे वो मेंटली डिस्टर्ब भी होने लगा था। इसे लेकर काफी परेशान भी था। जिंदा बच पाती है उस लड़की का नाम होता है सैली। उस लड़की ने पुलिस को अपना बयान दर्ज कराया था, जिसके बाद उसने इस बारे में किसी को भी नहीं बताया, यानी कि इस बारे में उसने कभी भी डिस्कस नहीं किया, क्योंकि दोस्तों ये बहुत ही भयावह कांड था। दोस्तों उस बयान में उसने एक खूनी का जिक्र किया था। खूनी ने चमड़े का मास्क पहना हुआ था, इसलिए वो उसका असली चेहरा देख नहीं पाई थी।